ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰਿੰਸੀਪਲ ਡਾਕਟਰ ਬਲਜਿੰਦਰ ਸਿੰਘ, ਖਾਲਸਾ ਕਾਲਜ ਚਵਿੰਡਾ ਦੇਵੀ ਅੰਮ੍ਰਿਤਸਰ। ਇਸ ਤੋਂ ਪਹਿਲਾਂ ਮੈਂ ਪ੍ਰੋਫੈਸਰ ਖਾਲਸਾ ਕਾਲਜ ਅੰਮ੍ਰਿਤਸਰ ਤੇ ਮੈਂ ਲੰਬੇ ਸਮੇਂ ਤੱਕ ਜਿਸ ਵੇਲੇ ਪੰਜਾਬ ਦੇ ਹਾਲਾਤਾਂ ਦੇ ਵਿੱਚ ਕਾਲੇ ਬੱਦਲ ਛਾਏ ਹੋਏ ਸੀਗੇ, ਮੈਂ ਉਸ ਵੇਲੇ ਮਨੁੱਖੀ ਅਧਿਕਾਰਾਂ ਦਾ ਇੱਕ ਐਕਟਿਵਿਸਟ ਬਣ ਕੇ ਪੰਜਾਬ ਦੇ ਵਿੱਚ ਵਿਚਰਦਾ ਰਿਹਾ ਹਾਂ। ਅੱਜ ਮੈਂ ਸਾਰਿਆਂ ਦੇ ਨਾਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਜੋ ਕਿ ਅੰਮ੍ਰਿਤਸਰ ਜੇਲ੍ਹ ਵਿੱਚ, ਅਤੇ ਗੁਰਦੀਪ ਸਿੰਘ ਖਹਿੜਾ, ਉਹ ਵੀ ਅੰਮ੍ਰਿਤਸਰ ਜੇਲ੍ਹ 'ਚ ਨੇ, ਉਹਨਾਂ ਦੇ ਬਾਰੇ ਗੱਲ ਕਰਨ ਲੱਗਾ ਹਾਂ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਦਿੱਲੀ ਦੇ ਨਾਲ ਸੰਬੰਧਿਤ ਹੈ, ਲੇਕਿਨ ਕਿਉਂਕਿ ਉਹਨਾਂ ਦਾ ਘਰ ਅੰਮ੍ਰਿਤਸਰ ਵਿਖੇ ਹੈ, ਇਸ ਕਰਕੇ ਕੋਰਟ ਦੀਆਂ ਡਾਇਰੈਕਸ਼ਨਸ ਦੇ ਮੁਤਾਬਕ, ਜੇਲ੍ਹ ਦੀ ਅਥਾਰਟੀਜ਼ ਦੇ ਡਾਇਰੈਕਸ਼ਨ ਦੇ ਮੁਤਾਬਕ ਉਹਨਾਂ ਨੂੰ ਅੰਮ੍ਰਿਤਸਰ ਸ਼ਿਫਟ ਕੀਤਾ ਗਿਆ ਹੈ। ਔਰ ਉਹ ਲੰਬੇ ਸਮੇਂ ਤੋਂ ਅੱਜ ਕੱਲ੍ਹ ਅੰਮ੍ਰਿਤਸਰ 'ਚ ਨੇ। ਹੋਰ ਲੰਬੇ ਸਮੇਂ ਤੋਂ ਉਹ ਪੈਰੋਲਸ ਦੇ ਉੱਤੇ ਟਾਈਮ ਟੂ ਟਾਈਮ ਆਉਂਦੇ ਰਹਿੰਦੇ ਨੇ। ਮੈਂ ਲੰਬੇ ਸਮੇਂ ਤੋਂ ਕਿਉਂ ਕਿਹਾ ਹੈ, ਉਹਦਾ ਕਾਰਨ ਹੈ ਕਿ ਜਦ ਬੰਦਾ ਇੱਕ ਵਾਰੀ ਪੈਰੋਲ 'ਤੇ ਆ ਜਾਏ, ਦੂਜੀ ਵਾਰ ਉਹਨੂੰ ਪੈਰੋਲ ਤਾਂ ਮਿਲਦੀ ਹੈ ਜੇਕਰ ਉਹਦਾ ਕੰਡਕਟ ਪੈਰੋਲ ਦੇ ਦੌਰਾਨ ਚੰਗਾ ਹੋਵੇ। ਮੈਂ ਤੁਹਾਡੇ ਸਾਹਮਣੇ ਇੱਕ ਡਾਕੂਮੈਂਟ ਦਿਖਾਉਣਾ ਚਾਹੁੰਦਾ ਹਾਂ ਜੋ ਕਿ ਸੈਂਟਰਲ ਗੌਰਮੈਂਟ ਵੱਲੋਂ ਇਸ਼ੂ ਕੀਤਾ ਗਿਆ ਹੈ। 2019 ਦੇ ਵਿੱਚ ਇਹ ਡਾਕੂਮੈਂਟ ਇੱਕ ਡਾਇਰੈਕਸ਼ਨਸ ਦੇ ਰੂਪ ਦੇ ਵਿੱਚ ਸਟੇਟ ਗੌਰਮੈਂਟਸ ਨੂੰ ਅਤੇ ਯੂਨੀਅਨ ਟੈਰੀਟਰੀਜ਼ ਨੂੰ ਸੰਬੋਧਨ ਕਰਕੇ ਡਾਇਰੈਕਸ਼ਨ ਦਿੱਤੀ ਗਈ ਸੀਗੀ ਕਿ ਗੁਰੂ ਨਾਨਕ ਪਾਤਸ਼ਾਹ ਦੇ 550 ਪ੍ਰਕਾਸ਼ ਦਿਹਾੜੇ ਦੇ ਉੱਤੇ 8 ਸਿੱਖ ਪੋਲੀਟੀਕਲ ਪ੍ਰਿਜ਼ਨਰਸ ਨੂੰ ਰਿਹਾ ਕੀਤਾ ਜਾਵੇ। ਉਹਨਾਂ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਅਤੇ ਗੁਰਦੀਪ ਸਿੰਘ ਖਹਿੜਾ ਦੇ ਨਾਂ ਵੀ ਅੰਕਿਤ ਹਨ। ਹੋਰ ਇਹਦੇ ਵਿੱਚ ਬੜਾ ਸਪਸ਼ਟ ਲਿਖਿਆ ਹੈ ਕਿ ਭਾਰਤੀ ਸੰਵਿਧਾਨ ਦੀ ਆਰਟੀਕਲ 161 ਦੇ ਹੇਠ ਸੂਬਾ ਸਰਕਾਰ ਤੇ ਯੂਨੀਅਨ ਟੈਰੀਟਰੀ ਦੇ ਗਵਰਨਰ ਇਹਨਾਂ 8 ਬੰਦੀ ਸਿੰਘਾਂ ਨੂੰ ਛੱਡ ਸਕਦੇ ਨੇ। ਅਨਫੋਰਚੂਨੇਟਲੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਸੰਬੰਧ ਦੇ ਵਿੱਚ ਮਨਿੰਦਰ ਸਿੰਘ ਬਿੱਟਾ ਨੇ ਇੱਕ ਅੜਚਨ ਪਾਤੀ ਸੁਪਰੀਮ ਕੋਰਟ ਦੇ ਵਿੱਚ ਇੱਕ ਪੈਟੀਸ਼ਨ ਦਾਇਰ ਕਰਤੀ ਅਤੇ ਇਹਨਾਂ ਦੀ ਰਿਹਾਈ ਦੀ ਸਟੇ ਜਿਹੜੀ ਸੀ ਰੁਕ ਗਈ। ਕੋਵਿਡ ਕਰਕੇ ਉਹ 'ਤੇ ਫੈਸਲਾ ਛੇਤੀ ਨਹੀਂ ਹੋ ਸਕਿਆ। ਹੁਣ ਪਿਛਲੇ ਦਿਨਾਂ ਦੇ ਵਿੱਚ ਉਹ ਫੈਸਲਾ ਹੋ ਗਿਆ ਹਾਈ ਕੋਰਟ ਵੱਲੋਂ, ਸੁਪਰੀਮ ਕੋਰਟ ਵੱਲੋਂ, ਅਤੇ ਮਨਿੰਦਰ ਸਿੰਘ ਬਿੱਟੇ ਦੀ ਜਿਹੜੀ ਪੈਟੀਸ਼ਨ ਸੀਗੀ ਉਹ ਖਾਰਿਜ ਹੋ ਗਈ। ਭਾਵ ਕਹਿਣ ਦਾ ਕਿ ਇਹਨਾਂ ਦੇ ਜਿੰਨੇ ਵੀ ਕਾਨੂੰਨੀ ਰੁਕਾਵਟਾਂ ਸੀਗੀਆਂ ਉਹ ਕਲੀਅਰ ਹੋ ਗਈਆਂ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਮੈਂ ਤੁਹਾਨੂੰ ਦੱਸ ਦਿਆਂ, ਇਹਨਾਂ ਨੇ ਜਿੰਨੀ ਕੋਰਟ ਵੱਲੋਂ ਸਜ਼ਾ ਸੀਗੀ ਉਸ ਤੋਂ ਵੱਧ ਭੁਗਤ ਲਈ ਹੈ। ਹੋਰ ਜਦ ਕੋਈ ਵਿਅਕਤੀ ਆਪਣੀ ਦਿੱਤੀ ਹੋਈ ਸਜ਼ਾ ਤੋਂ ਵੱਧ ਭੁਗਤ ਲਏ ਤਾਂ ਕਾਨੂੰਨ ਦੇ ਮੁਤਾਬਕ ਉਹ ਵਿਅਕਤੀ ਟੈਰੋਰਿਸਟ ਜਾਂ ਐਂਟੀ ਨੈਸ਼ਨਲਿਸਟ ਨਹੀਂ ਮੰਨਿਆ ਜਾਂਦਾ। ਉਹ ਇੱਕ ਸਾਧਾਰਨ ਸਤਿਕਾਰਿਤ ਨਾਗਰਿਕ ਮੰਨਿਆ ਜਾਂਦਾ ਹੈ ਕਾਨੂੰਨ ਦੀ ਨਿਗਾਹ ਦੇ ਵਿੱਚ। ਲੇਕਿਨ 2020 ਦਸੰਬਰ ਦੇ ਵਿੱਚ ਇਹ ਡਾਕੂਮੈਂਟ ਹੈ ਜਿਹੜਾ ਕਿ ਸਰਕਾਰੀ ਡਾਕੂਮੈਂਟ ਹੈ। ਇੱਕ ਮੀਟਿੰਗ 2020 ਦੇ ਵਿੱਚ ਹੋਈ ਦਸੰਬਰ ਦੇ ਵਿੱਚ ਅੰਡਰ ਦਾ ਚੇਅਰਮੈਨਸ਼ਿਪ ਆਫ ਦਾ ਮਿਨਿਸਟਰ ਆਫ ਜੇਲ ਆਫ ਕੇਜਰੀਵਾਲ ਗੌਰਮੈਂਟ। ਬਾਕੀ ਅਦਰ 6 ਮੈਂਬਰਸ ਨੇ ਵੀ ਹਿੱਸਾ ਲਿਆ। ਔਰ ਇਹ ਉਹਨਾਂ ਦੀ ਮੀਟਿੰਗਾਂ ਪੀਰੀਓਡਿਕਲੀ ਸਾਲ ਦੇ ਵਿੱਚ 4 ਵਾਰੀ ਹੋ ਸਕਦੀਆਂ ਨੇ। ਅਗਰ ਲੋੜ ਪਏ ਤਾਂ ਇਹਨਾਂ ਦੇ ਮੈਨੂਅਲ 'ਚ ਲਿਖਿਆ ਹੈ ਕਿ 4 ਦੇ ਇਲਾਵਾ ਵੀ ਉਹ ਮੀਟਿੰਗ ਕੀਤੀ ਜਾ ਸਕਦੀ ਹੈ। ਭਾਵ ਕਹਿਣ ਦਾ ਕਿ ਕੇਜਰੀਵਾਲ ਦੀ ਅਗਰ ਇੰਟੈਂਸ਼ਨ ਹੋਏ ਤਾਂ ਸਭ ਕਲੀਅਰ ਹੋਏ, ਸਾਫ਼ ਸੁਥਰੀ ਹੋਏ, ਫਿਰ ਸਭ ਕੁਝ ਸੰਭਵ ਹੈ। ਇਹ ਮੀਟਿੰਗ ਜਿਹੜੀ ਕੀਤੀ ਗਈ ਦਸੰਬਰ 2020 ਦੇ ਵਿੱਚ, ਇਹ ਉਸ ਮੀਟਿੰਗ ਦੇ ਪ੍ਰੋਸੀਡਿੰਗਸ ਨੇ। ਤੁਸੀਂ ਦੇਖ ਸਕਦੇ ਹੋ ਕਿ ਇਹ ਲਿਖਿਆ ਹੈ ਕਿ ਪੁਲਿਸ ਵੱਲੋਂ ਜਿਹੜੀ ਰਿਪੋਰਟ ਆਈ ਉਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਫੇਵਰ ਵਿੱਚ ਆਈ।
ਪੁਲਿਸ ਕਹਿੰਦੀ ਹੈ, ਅੰਮ੍ਰਿਤਸਰ ਦੀ ਪੁਲਿਸ, ਪੰਜਾਬ ਦੀ ਪੁਲਿਸ ਜਿੱਥੇ ਉਹ ਹੈਗੇ ਨੇ, ਉਹ ਕਹਿੰਦੀ ਹੈ ਕਿ ਸਾਨੂੰ ਇਹਦੇ ਕੰਡਕਟ ਬਾਰੇ ਕੋਈ ਵੀ ਇਤਰਾਜ਼ ਨਹੀਂ, ਇਸ ਬੰਦੇ ਨੂੰ ਛੱਡਿਆ ਜਾ ਸਕਦਾ ਹੈ, ਹੀ ਇਜ਼ ਅ ਥੋਰੋ ਜੈਂਟਲਮੈਨ। ਹੁਣ ਮੈਂ ਇਹ ਵੀ ਦੱਸ ਦਿਆਂ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਾਈਕੈਟ੍ਰਿਕ ਵਿਭਾਗ ਦੇ ਵਿੱਚ, ਜੇਲ੍ਹ ਦੇ ਵਿੱਚ ਹੈਗੇ ਨੇ, ਕਿਉਂਕਿ ਇਹਨਾਂ ਨੂੰ ਮਾਨਸਿਕ ਰੂਪ ਦੇ ਵਿੱਚ ਇਹਨਾਂ ਨੂੰ ਦਾ ਡਿਸਆਰਡਰ ਹੈ, ਔਰ ਇਹ ਅੱਜ ਵੀ ਟ੍ਰੀਟਮੈਂਟ ਦੇ ਵਿੱਚ ਅੰਡਰ ਚੱਲ ਰਹੇ ਨੇ, ਡਾਕਟਰਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ। ਸੋ ਜਿਸ ਵੇਲੇ ਡਾਕਟਰਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੋਏ, ਮਾਨਸਿਕ ਰੂਪ ਦੇ ਵੀ ਪਰੇਸ਼ਾਨੀ ਹੋਏ, ਅਦਰਵਾਈਜ਼ ਉਹਨਾਂ ਨੇ ਸਾਰੀਆਂ ਆਪਣੀਆਂ ਟਰਮਸ ਐਂਡ ਕੰਡੀਸ਼ਨਸ ਪੂਰੀਆਂ ਕਰ ਲਈਆਂ, ਸੈਟਿਸਫੈਕਟਰੀ ਕੰਡਕਟ ਹੈ, ਜਿੰਨੀ ਟਰਮ ਸੀਗੀ ਉਸ ਤੋਂ ਵੱਧ ਕਰ ਲਈ, ਕੇਜਰੀਵਾਲ ਗੌਰਮੈਂਟ ਨੇ ਇਹਨਾਂ ਦੀ ਰਿਹਾਈ ਦਾ ਕੇਸ ਰਿਜੈਕਟ ਕਰਤਾ। ਤੁਸੀਂ ਥੱਲੇ ਦੇਖ ਸਕਦੇ ਹੋ, ਮੈਂ ਹਾਈਲਾਈਟ ਕੀਤਾ ਹੋਇਆ। ਹੋਰ ਉਹ 'ਚੋਂ ਲਿਖਿਆ ਕੀ ਹੈ ਕਿ ਹੀ ਇਜ਼ ਏ ਐਂਟੀ ਨੈਸ਼ਨਲਿਸਟ, ਹੀ ਇਜ਼ ਏ ਟੈਰਰਿਸਟ, ਜਦਕਿ ਇਹ ਹਕੀਕਤ ਹੈ ਕਿ ਸੰਵਿਧਾਨ ਦੇ ਮੁਤਾਬਕ ਹੁਣ ਉਹ ਇੱਕ ਸਾਧਾਰਨ ਨਾਗਰਿਕ ਨੇ। ਜੇ ਮੈਂ ਆਰਟੀਕਲ 21 ਦੀ ਗੱਲ ਕਰਾਂ ਇੰਡੀਅਨ ਕੌਂਸਟੀਟਿਊਸ਼ਨ ਦੀ, ਤਾਂ ਇੰਡੀਅਨ ਕੌਂਸਟੀਟਿਊਸ਼ਨ ਆਰਟੀਕਲ 21 ਇਹ ਬੜਾ ਕਲੀਅਰ ਹੈ, ਦੋ ਰਾਈਟਸ ਪ੍ਰੋਵਾਈਡ ਕਰਦਾ ਹੈ। ਇੱਕ ਤਾਂ ਰਾਈਟ ਹੈਗਾ ਰਾਈਟ ਟੂ ਲਾਈਫ, ਐਂਡ ਸੈਕੰਡ ਇਜ਼ ਰਾਈਟ ਟੂ ਲਿਬਰਟੀ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵੀ ਇਹਨਾਂ ਦੋਨੋਂ ਆਰਟੀਕਲਸ ਦੇ ਵਿੱਚ ਦਿੱਤੇ ਹੋਏ ਅਧਿਕਾਰਾਂ ਦੇ ਹੱਕਦਾਰ ਨੇ। ਮਨੁੱਖੀ ਅਧਿਕਾਰਾਂ ਦੀ ਗੱਲ ਕਰੀਏ ਤਾਂ ਉਹਦੇ ਮੁਤਾਬਕ ਵੀ ਉਹਨਾਂ ਦੀ ਰਿਹਾਈ ਬਣਦੀ ਹੈ। ਉਹਨਾਂ ਨੂੰ ਕਿਸੇ ਵੀ ਕਾਨੂੰਨ ਦੇ ਹੇਠ ਹੁਣ ਜੇਲ੍ਹ ਵਿੱਚ ਨਹੀਂ ਰੱਖਿਆ ਜਾ ਸਕਦਾ। ਕੇਜਰੀਵਾਲ ਸਰਕਾਰ ਦੇ ਬੰਦੇ ਪਤਾ ਕੀ ਪ੍ਰਚਾਰ ਕਰਦੇ ਨੇ? ਉਹ ਕਹਿੰਦੇ ਜੀ ਇਹ ਸਾਡੇ ਜੁਰਿਸਡਿਕਸ਼ਨ ਦੇ ਵਿੱਚ ਨਹੀਂ ਆਉਂਦਾ, ਕਿਉਂਕਿ ਉਹ ਪੰਜਾਬ 'ਚ ਬੈਠਾ ਹੈ। ਦੇ ਆਰ ਮਿਸਲੀਡਿੰਗ ਦਾ ਪੀਪਲ। ਇਹ ਫਾਲਸੀਫਾਈਡ ਪ੍ਰੋਪੇਗੰਡਾ ਹੈ ਸਾਨੂੰ ਗੁੰਮਰਾਹ ਕਰਨ ਵਾਸਤੇ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਦਿੱਲੀ ਸਰਕਾਰ ਦੇ ਖੇਤਰ ਵਿੱਚ ਆਉਂਦਾ, ਉਹਨਾਂ ਦੀ ਜੁਰਿਸਡਿਕਸ਼ਨ 'ਚ ਆਉਂਦਾ। ਹੁਣ ਮੈਨੂੰ ਇੱਕ ਗੱਲ ਦੀ ਹੋਰ ਵੀ ਹੈਰਾਨਗੀ ਹੈ ਕਿ ਜਿਹੜਾ ਮੈਂ ਤੁਹਾਨੂੰ ਡਾਕੂਮੈਂਟ ਦਿਖਾਇਆ 2019 ਦੇ ਵਿੱਚ ਸੈਂਟਰਲ ਗੌਰਮੈਂਟ ਦੇ ਵੱਲੋਂ ਜਾਰੀ ਕੀਤਾ ਗਿਆ ਕਿ ਇਹਨਾਂ ਦੀ ਰਿਹਾਈ ਕਰੋ, ਅੱਜ 2022 ਹੋ ਗਈ। ਮੈਨੂੰ ਹੈਰਾਨਗੀ ਹੈ ਕਿ ਸੈਂਟਰਲ ਗੌਰਮੈਂਟ ਨੇ ਹੁਣ ਤੱਕ ਇਸ ਚੀਜ਼ ਦਾ ਕੋਗਨੀਜੈਂਸ ਕਿਉਂ ਨਹੀਂ ਦਿੱਤਾ, ਇਸ ਚੀਜ਼ ਦਾ ਨੋਟਿਸ ਕਿਉਂ ਨਹੀਂ ਦਿੱਤਾ ਕਿ ਸਾਡੇ ਦਿੱਤੇ ਹੋਏ ਡਾਇਰੈਕਸ਼ਨਸ ਦੇ ਮੁਤਾਬਕ ਬੰਦੇ ਕਿਉਂ ਨਹੀਂ ਛੱਡੇ ਗਏ, ਤੇ ਕਿਉਂ ਨਹੀਂ ਸੈਂਟਰਲ ਗੌਰਮੈਂਟ ਖੁਦ ਆਰਟੀਕਲ 72 ਦੇ ਅੰਡਰ ਇਹਨਾਂ ਬੰਦੀ ਸਿੰਘਾਂ ਨੂੰ ਰਿਹਾਈ ਕਰਦੀ, ਜਦਕਿ ਆਰਟੀਕਲ 72 ਜਿਹੜਾ ਹੈ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਪਾਵਰ ਦਿੰਦਾ ਹੈ। ਤੇ ਜੇਕਰ 161 ਦੇ ਅੰਡਰ ਸਟੇਟ ਗੌਰਮੈਂਟ ਨੇ ਨਲਾਇਕੀ ਕੀਤੀ, ਕ੍ਰਿਮੀਨਲ ਰਵੱਈਆ ਦਿਖਾਇਆ, ਫਿਰਕਾ ਪ੍ਰਸਤੀ ਦਿਖਾਈ ਤੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਨਹੀਂ ਕੀਤਾ, ਮੈਂ ਪੁੱਛਣਾ ਚਾਹੁੰਦਾ ਕਿ ਵੇਅਰ ਇਜ਼ ਦ ਸੈਂਟਰਲ ਗੌਰਮੈਂਟ ਦੈਨ? ਵਾਈ ਦ ਸੈਂਟਰਲ ਗੌਰਮੈਂਟ ਇਜ਼ ਸਲੀਪਿੰਗ ਓਵਰ ਦ ਮੈਟਰ? ਉਹ ਆਰਟੀਕਲ 72 ਦੀ ਵਰਤੋਂ ਕਰਕੇ ਸਾਡਾ ਹੱਕ ਸਾਨੂੰ ਕਿਉਂ ਨਹੀਂ ਦਿੰਦੇ? ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਕਿਉਂ ਨਹੀਂ ਛੱਡਦੇ? ਰੁਕਾਵਟ ਕੀ ਹੈ? ਮੈਂ ਕਹਾਂਗਾ ਅੱਜ ਹੁਣ ਚੋਣਾਂ ਦਾ ਸਰਗਰਮੀ ਪੰਜਾਬ ਚੱਲ ਰਹੀ ਹੈ। ਦਿਸ ਮੈਨ ਕੇਜਰੀਵਾਲ, ਆਈ ਟੈਲ ਯੂ, ਇਹ ਫਿਰਕਾ ਪ੍ਰਸਤ ਬੰਦਾ ਹੈ, ਸਿੱਖਾਂ ਦੇ ਹੱਕ ਵਿੱਚ ਨਹੀਂ ਹੈਗਾ। ਯਾਦ ਕਰਨਾ ਜਰਨੈਲ ਸਿੰਘ ਦੀ ਗੱਲ, ਜਿਹੜਾ ਕਿ ਹੁਣ ਦੁਨੀਆ 'ਚ ਨਹੀਂ ਰਿਹਾ, MLA ਆਪ ਦਾ, ਉਸ ਨੂੰ ਇਹਨੇ ਪੋਲੀਟੀਕਲ ਮਰਡਰ ਕੀਤਾ ਸੀਗਾ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ 2017 ਦੇ ਵਿੱਚ ਇਲੈਕਸ਼ਨ ਲੜਾ ਕੇ। ਉਹ ਕੋ ਅਸਤੀਫਾ ਦਵਾਇਆ, ਆਪ ਦੇ ਦਿੰਦਾ, ਆਪਣੇ ਕਿਸੇ ਚਹੇਤੇ ਕੋਲ ਕਰਵਾ ਦਿੰਦਾ। ਸਿੱਖ ਨੂੰ ਕਿਉਂ ਚੂਜ਼ ਕੀਤਾ? ਫਿਰ ਜਿਸਲੇ ਕੋਵਿਡ ਦੇ ਦੌਰਾਨ ਬਿਮਾਰ ਪੈ ਗਿਆ, ਉਹਦਾ ਹਾਲ ਨਹੀਂ ਪੁੱਛਿਆ ਇਹਨੇ, ਉਹਦਾ ਹਾਲ ਨਹੀਂ ਪੁੱਛਿਆ। ਉਹ ਵਿਚਾਰਾ ਮੈਡੀਕਲ ਟ੍ਰੀਟਮੈਂਟ ਦੇ ਕਰਕੇ ਉਹ ਚੜ੍ਹਾਈ ਕਰ ਗਿਆ। ਇਹਨੂੰ ਪੁੱਛੇ ਕੋਈ ਕਿ ਭਾਈ ਤੇਰੀ ਸਰਕਾਰ ਦੇ ਵਿੱਚ ਸਿੱਖਾਂ ਦੇ ਕਿੰਨੇ ਕੁ ਮਿਨਿਸਟਰ ਨੇ? ਕੋਈ ਜਵਾਬ ਨਹੀਂ। ਐਡੀ ਵੱਡੀ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਹੋ ਰਹੀ ਹੋਏ, ਅਸੀਂ ਇਹਦੇ ਵਾਸਤੇ ਜਿਹੜਾ ਸੈਂਟਰ ਦਾ ਹਿਊਮਨ ਰਾਈਟਸ ਕਮਿਸ਼ਨ ਹੈ, ਮਾਈਨੋਰਿਟੀ ਕਮਿਸ਼ਨ ਹੈ, ਤੇ ਸਿਮਿਲਰਲੀ ਜਿਹੜਾ ਸਟੇਟ ਗੌਰਮੈਂਟ ਦਾ ਮਾਈਨੋਰਿਟੀ ਕਮਿਸ਼ਨ ਹੈ, ਅਸੀਂ ਦੋਨਾਂ ਨੂੰ ਅਪਰੋਚ ਕਰਾਂਗੇ।
मैं कल उन्होंने चिट्ठियां लिखांगा एज ए ह्यूमन राइट्स एक्टिविस्ट कि तुसी इस चीज़ के बारे केजरीवाल को सरकार को पूछो तो सेंटर गौरमेंट ने पूछो प्रोफैसर दविंदरपाल सिंह भुल्लर का क्यों नहीं रिहाई हो रही। तो जिथे तक इलैक्शन का सवाल है मैं पंजाब के वोटरों को अपील करांगा अपने धार्मिक अते होर बंधना तो पनाह हट के मनुखी अधिकारों की कदर कीमतों ध्यान च रखते हुए इस व्यक्ति तक एक सुनेहा दिओ जे प्रोफैसर दविंदरपाल सिंह की रिहाई नहीं तो आप नूं वोट नहीं। आप नूं वोट तां पायो जेकर केजरीवाल मनुखी अधिकारों की कदर कीमतों की वो रिस्पैक्ट करे। सो असी आने वाले समय दे विच बाकी जथेबंदियों नाल लै करके बाकी हम ख्याली लोगों नाल लै करके संस्थावां नाल लै करके इहदे खिलाफ एक मुहिम चलावांगे। आप दे जिन्ने उम्मीदवार ने उन्हां दा भी विरोध करांगे, सोशल मीडिया ते विरोध करांगे, इलैक्ट्रॉनिक मीडिया ते विरोध करांगे, प्रिंट मीडिया ते विरोध करांगे ते केजरीवाल नूं एक ऐसा स्ट्रोंग मैसेज देंगे कि भाई ये पंजाब है और पंजाब दे विच जे आना है तो सब तो पहला पंजाबियों की गल इत्थे दी सरजमीन ते रहने वाले लोगों को मनुखी अधिकारां की बहाली की गल यकीनन बनाओगे। प्रोफैसर दविंदरपाल सिंह भुल्लर नूं रिहा करोगे तां गल बननी है वरना इत्थे गल नहीं बननी। सो आने वाले समय दे विच एक लाउड मैसेज इस माध्यम के राही इस वीडियो के राही मैं केजरीवाल नूं देना चाहता कि भाई खबरदार पंजाब में तेरा विरोध करांगे, डट के करांगे। केजरीवाल सुनना ध्यान नाल, तू सिखां दा खून चूसदा पिया, तू सिखां दे हक विच नहीं हैगा। असी ये प्रचार रज के करांगे जब तक प्रोफैसर दविंदरपाल सिंह भुल्लर की रिहाई नहीं होएगी असीं तेरा विरोध करते रहांगे। मैं अंत दे विच ये भी कहना चाहांगा कि कल मैं अमृतसर जेल तो प्रोफैसर दविंदरपाल सिंह भुल्लर अते गुरदीप सिंह खैड़ा दे कस्टडी सर्टिफिकेट्स लैके आया सीगा जो कि असी पंजाब दे गवर्नर नूं सबमिट कराने ने क्योंकि 11 जनवरी के जिहड़ा रिहाई मार्च सीगा सानूं कहा गया सीगा चाहल साहब नूं एडवोकेट चाहल साहब नूं कहा गया सीगा तुसीं साडे कस्टडी सर्टिफिकेट सारिਆਂ दे प्रोवाइड करो। सो ये मैं प्रोक्योर कर ले ने ते इन्हां नूं हुण चाहल साहब नूं भेज दित्ता जावेगा ते बंदी ਸਿੰਘਾਂ ਦੀ रिहाई के बारे स्ट्रगल जिहड़ी है सिर्फ इन्हां दोवां दी नहीं बल्कि सारे बंदी ਸਿੰਘਾਂ की रिहाई की स्ट्रगल कंटिन्यू रहेगी। वाहिगुरू जी का खालसा वाहिगुरू जी की फतेह।